ਧੰਨ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਨਾਮ ਨਿਧਾਨ ਜਿਨ ਜਨ ਜਪਿਓ, ਤਿਨ ਕੇ ਬੰਧਨ ਕਾਟੇ। ਕਾਮ ਕ੍ਰੋਧ ਮਾਇਆ ਬਿਖ ਮਮਤਾ, ਇਹ ਬਿਆਦ ਤੇ ਹਟੇ। ਹਰ ਜਸ ਸਾਧ ਸੰਗ ਮਿਲ ਗਾਇਓ, ਗੁਰ ਪ੍ਰਸਾਦ ਭਇਓ ਮਨ ਨਿਰਮਲ। ਸਰਬ ਸੁਖਾਂ ਸੁਖ ਪਾਇਓ। ਰਹਾਉ ਜੋ ਕਿਛ ਕੀਓ ਸੋਈ ਭਲ ਮਾਨੈ, ਐਸੀ ਭਗਤ ਕਮਾਨੀ। ਮਿੱਤਰ ਸਤਰ ਸਭ ਏਕ ਸਮਾਨੇ, ਜੋਗ ਜੁਗਤ ਨੀਸਾਨੀ। ਪੂਰਨ ਪੂਰ ਰਹਿਓ ਸਰਬ ਥਾਈ, ਆਨ ਨ ਕਤਹੁ ਜਾਤਾ। ਘਟ ਘਟ ਅੰਤਰ ਸਰਬ ਨਿਰੰਤਰ, ਰੰਗ ਰਵਿਓ ਰੰਗ ਰਤਾ। ਭਏ ਕਿਰਪਾਲ ਦਇਆਲ ਗੋਪਾਲਾ, ਤਾ ਨਿਰਭੈ ਕੈ ਘਰ ਆਇਆ। ਕਾਲ ਕਲੇਸ਼ ਮਿਟੇ ਕਿਨ ਭੀਤਰ, ਨਾਨਕ ਸਹਿਜ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ। ਚੱਲ ਰਹੀ ਘੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਸ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹੈ ਭਾਈ, ਜਿਸ ਮਨੁੱਖ ਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ, ਜਿਸ ਮਨੁੱਖ ਨੇ ਗੁਰੂ ਦੀ ਸੰਗਤ ਗੁਰੂ ਦੀ ਓਟ ਲਈ ਹੈ, ਕਹਿਣ ਲੱਗੇ ਇਸ ਸੰਗਤ ਦੇ ਵਿੱਚ ਜਪੇ ਹੋਏ ਦੇ ਨਾਮ ਦੀ ਇੰਨੀ ਕੁ ਵਡਿਆਈ ਹੈ ਕਿ ਉਸ ਮਨੁੱਖ ਦਾ ਨਾਮ ਮਨ ਜਿਹੜਾ ਹੈ ਉਹ ਨਿਰਮਲ ਪਵਿੱਤਰ ਹੋ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਸਤਿਗੁਰੂ ਕਹਿੰਦੇ ਮਨ ਪਵਿੱਤਰ ਹੋਣ ਤੋਂ ਬਾਅਦ ਜਿਹੜਾ ਸੁੱਖਾਂ ਤੋਂ ਸ੍ਰੇਸ਼ਟ ਦਾ ਆਤਮਿਕ ਸੁੱਖ ਹੈ, ਆਤਮਿਕ ਆਨੰਦ ਹੈ, ਉਹਦੀ ਜੀਵਨ ਨੂੰ ਪ੍ਰਾਪਤੀ ਹੋ ਜਾਂਦੀ ਹੈ। ਇਹ ਪਰਮਾਤਮਾ ਦੇ ਨਾਮ ਦੀ ਮਹਿਮਾ, ਇਹਦੀ ਵਡਿਆਈ ਹੈ। ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹਰ ਜਸ ਸਾਧ ਸੰਗ ਮਿਲ ਗਾਇਓ। ਕਹਿੰਦੇ ਜਿਸ ਮਨੁੱਖ ਨੇ ਸੰਗਤ ਦੇ ਨਾਲ ਮਿਲ ਕੇ ਗੁਰੂ ਦੇ ਚਰਨਾਂ 'ਚ ਜੁੜ ਕੇ ਪਰਮੇਸ਼ਰ ਦਾ ਨਾਮ ਜਪਿਆ, ਗੁਰ ਪ੍ਰਸਾਦ ਭਇਓ ਮਨ ਨਿਰਮਲ। ਕਹਿੰਦੇ ਉੱਥੇ ਗੁਰੂ ਦੀ ਕਿਰਪਾ ਵਾਪਰਦੀ ਹੈ। ਉਸ ਕਿਰਪਾ ਦੇ ਨਾਲ ਮਨੁੱਖ ਦਾ ਮਨ ਨਿਰਮਲ ਪਵਿੱਤਰ ਹੋ ਜਾਂਦਾ ਹੈ। ਸਰਬ ਸੁੱਖਾਂ ਸੁਖ ਪਾਇਓ। ਸਾਰੇ ਸੁੱਖਾਂ ਦਾ ਖਜ਼ਾਨਾ ਜਿਹੜਾ ਅਸਲੀ ਸੁੱਖ ਆਤਮਿਕ ਸੁੱਖ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਤੇ ਮੈਂ ਸੋਚਦਾ ਅਸੀਂ ਭੱਜਦੇ ਵੀ ਇਸੇ ਚੀਜ਼ ਨੂੰ ਫਿਰਦੇ ਹਾਂ। ਮਨੁੱਖ ਦੀ ਭੱਜ ਦੌੜ ਕਾਹਦੇ ਵਾਸਤੇ ਹੈ? ਤੇ ਮੈਨੂੰ ਆਤਮਿਕ ਸੁੱਖ ਮਿਲ ਜਾਵੇ, ਉਹ ਸੁੱਖ ਮਿਲੇ ਜਿਹੜਾ ਮੇਰੇ ਤੋਂ ਕਦੀ ਦੂਰ ਨਾ ਹੁੰਦਾ ਹੋਵੇ। ਤੇ ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਫੈਸਲਾ ਹੈ। ਸਤਿਗੁਰੂ ਕਹਿੰਦੇ ਜੋ ਸੁਖ ਕੋ ਚਾਹੇ ਸਦਾ, ਕਹਿੰਦੇ ਜੇ ਤੂੰ ਚਾਹੁੰਦਾ ਹੈ ਕਿ ਮੈਨੂੰ ਸਦੀਵੀ ਸੁੱਖ ਪ੍ਰਾਪਤ ਹੋਵੇ ਨਾ, ਇੱਕ ਕੰਮ ਕਰੀ, ਸ਼ਰਨ ਰਾਮ ਕੀ ਦੇਹ। ਕਹਿੰਦੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜੀ, ਕਿਉਂਕਿ ਇਹ ਜਿਹੜਾ ਅਸਲੀ ਸੁੱਖ ਹੈ, ਆਤਮਿਕ ਸੁੱਖ ਹੈ, ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਮਿਲਦਾ। ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਇਹ ਵਿਚਾਰ ਕੀਤੀ ਸੀ, ਅੱਜ ਫਿਰ ਇਹਨੂੰ ਰਿਪੀਟ ਕਰ ਦੇਣਾ। ਦੁਨਿਆਵੀ ਸੁੱਖ ਜਿਹੜੇ ਨੇ ਉਹ ਦੁਨਿਆਵੀ ਦਾਤਾਂ ਦੇ ਮੁਤਾਬਕ ਲਿਮਟ ਦੇ ਨਾਲ ਨੇ, ਥੋੜਾ ਥੋੜਾ ਸਮਾਂ, ਉਹ ਜਿੰਨਾ ਕੁ ਸਮਾਂ ਚੀਜ਼ ਨਵੀਂ ਰਹਿੰਦੀ ਹੈ ਉਹਨਾਂ ਚਿਰ ਉਹਦਾ ਸੁੱਖ ਹੈ। ਇਹ ਸੁੱਖ ਇੱਕ ਆਉਂਦਾ ਹੈ ਤੇ ਇੱਕ ਜਾਂਦਾ ਹੈ। ਮਨੁੱਖ ਇਹਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਇਹ ਨਿਤ ਨਵੀਆਂ ਆਪਣੀਆਂ ਜਿਹੜੀਆਂ ਡਿਮਾਂਡਾਂ ਰੱਖਦਾ ਹੈ। ਅੰਮ੍ਰਿਤ ਬਾਣੀ ਦਾ ਫੈਸਲਾ ਹੈ ਕਿ ਇਹ ਕਦੀ ਰੱਜਦਾ ਨਹੀਂ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਕੋਈ ਅੱਜ ਤੱਕ ਮਨੁੱਖ ਇਹੋ ਜਿਹਾ ਨਹੀਂ ਤੁਹਾਨੂੰ ਮਿਲਿਆ ਹੋਵੇਗਾ ਜਿਹੜਾ ਆਖੇ ਜੀ ਮੈਂ ਪੂਰਾ ਸੁਖੀ ਹਾਂ। ਭਾਵੇਂ ਉਹਦੇ ਕੋਲ ਧਨ ਦੌਲਤ ਹੈ, ਭਾਵੇਂ ਉਹਦੇ ਕੋਲ ਕਾਰੋਬਾਰ ਹੈ, ਭਾਵੇਂ ਉਹਦੇ ਕੋਲ ਹਰੇਕ ਸੁੱਖ ਸਹੂਲਤ ਹੈ ਦੁਨਿਆਵੀ ਤੌਰ ਤੇ, ਫਿਰ ਵੀ ਉਹ ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਕਹਿੰਦਾ ਕਿ ਮੇਰੇ ਕੋਲ ਇਸ ਚੀਜ਼ ਦੀ ਕਮੀ ਹੈ, ਮੈਂ ਇਸ ਚੀਜ਼ ਤੋਂ ਦੁਖੀ ਹਾਂ। ਇਹ ਅਸਲ ਦੇ ਵਿੱਚ ਸਾਡੇ ਸਾਰਿਆਂ ਦੇ ਜੀਵਨ ਦੇ ਹਾਲਾਤ ਨੇ। ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਫੈਸਲਾ, ਇੱਕ ਪੂਰੇ ਦਾ ਪੂਰਾ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪ੍ਰਥਾਈ ਉਚਾਰਨ ਕੀਤਾ। ਕਹਿੰਦੇ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਕਰ ਆਇਆ। ਇੰਦਰ ਵਰਗੇ ਦੇਵਤੇ, ਪਰਸਰਾਮ ਵਰਗੇ, ਰਾਮਨ ਵਰਗੇ, ਰਾਮ ਵਰਗੇ, ਇਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਗੱਲ ਤੋਂ ਦੁਖੀ ਨੇ। ਆਖਰ ਮੈਂ ਗੱਲ ਨੂੰ ਨੇੜੇ ਰੱਖਾਂ, ਗੁਰੂ ਨਾਨਕ ਸਾਹਿਬ ਸਾਰਿਆਂ ਦੀ ਗੱਲ ਕਰਕੇ ਨਾ ਅਖੀਰ ਤੇ ਸਾਨੂੰ ਸੰਦੇਸ਼ ਦਿੰਦੇ ਨੇ। ਕਹਿਣ ਲੱਗੇ ਬਾਲੀ ਰੋਵੈ ਨਾਹੀਂ ਪਧਾਰ। ਪਧਾਰ ਕਹਿੰਦੇ ਨੇ ਪਤੀ ਨੂੰ, ਬਾਲੀ ਕਹਿੰਦੇ ਨੇ ਬਾਲਕਾਂ ਨੂੰ। ਕਹਿੰਦੇ ਕਿਸੇ ਬੱਚੀ ਦਾ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਵੇ, ਉਹ ਰੋਂਦੀ ਹੈ ਕਿ ਮੇਰਾ ਪਤੀ ਚੜਾਈ ਕਰ ਗਿਆ ਏ। ਸਤਿਗੁਰੂ ਕਹਿਣ ਲੱਗੇ ਭਲਿਆ ਅਸਲ 'ਚ ਗੱਲ ਇਹ ਨਹੀਂ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਗੱਲ ਤੋਂ ਦੁਖੀ ਹੈ। ਹਰੇਕ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਖਾਂਦਾ ਪਿਆ, ਕੋਈ ਘਰਦਿਆਂ ਤੋਂ ਦੁਖੀ ਹੈ, ਕੋਈ ਔਲਾਦ ਤੋਂ ਦੁਖੀ ਹੈ। ਜਿਹਨੂੰ ਦੋਵਾਂ ਪਾਸਿਆਂ ਤੋਂ ਸੁੱਖ ਮਿਲਦਾ ਹੈ ਉਹ ਆਪਣੇ ਕਾਰੋਬਾਰ ਤੋਂ ਦੁਖੀ ਹੈ। ਕਿਸੇ ਨੂੰ ਕੰਮ ਵਾਲੇ ਨਹੀਂ ਜੀਣ ਦਿੰਦੇ, ਕਿਸੇ ਨੂੰ ਨੌਕਰੀ ਪੇਸ਼ੇ ਵਾਲੇ ਨਹੀਂ ਜੀਣ ਦਿੰਦੇ। ਇਹ ਅਸਲ ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਪਰਮਾਤਮਾ ਨੇ ਨਾ ਕੁਝ ਘੁੰਡੀਆਂ ਆਪਣੇ ਕੋਲ ਰੱਖੀਆਂ ਨੇ। ਮਨੁੱਖ ਦੁਖੀ ਹੈ ਤੇ ਖਿੱਚਿਆ ਥੋੜਾ ਜਿਹਾ ਆਪਣੇ ਆਪ 'ਚ ਰਹਿੰਦਾ ਹੈ, ਗੁਰੂ ਕੋਲ ਆ ਜਾਂਦਾ ਹੈ, ਮੈਂ ਬਿਲਕੁਲ ਸੌਖਾ ਕਰ ਦੇਵਾਂ, ਅਸੀਂ ਆਪਣੀ ਔਕਾਤ 'ਚ ਰਹਿੰਦੇ ਹਾਂ। ਜਦੋਂ ਮਨੁੱਖ ਦੇ ਕੋਲ ਸੁੱਖ ਆਉਂਦਾ ਹੈ ਸਭ ਤੋਂ ਪਹਿਲਾਂ ਉਹ ਆਪਣੀ ਔਕਾਤ ਭੁੱਲਦਾ ਹੈ। ਇੱਕ ਗੱਲ ਯਾਦ ਰੱਖਿਓ, ਬੰਦਾ ਗਰੀਬ ਹੈ, ਸਮਾਂ ਪਾ ਕੇ ਮਿਹਨਤ ਕੀਤੀ, 4 ਟਕੇ ਹੱਥ 'ਚ ਆ ਗਏ, 4 ਪੈਸੇ ਹੱਥ 'ਚ ਆ ਗਏ। ਜਿਹੜਾ ਗਰੀਬ ਸੀ ਜਦੋਂ ਸਾਰਿਆਂ ਨੂੰ ਜੀ ਜੀ ਕਰਕੇ ਬੋਲਦਾ ਸੀ, ਅੱਜ ਉਸੇ ਦੀ ਬੋਲੀ ਬਦਲ ਗਈ। ਕਹਿੰਦਾ ਤੈਨੂੰ ਮੈਂ ਕੀ ਜਾਣਦਾ, ਆਪਣਾ ਪਿਛੋਕੜ ਭੁੱਲ ਬੈਠਾ, ਆਪਣੀ ਔਕਾਤ ਭੁੱਲ ਬੈਠਾ। ਮਨੁੱਖ ਸਧਾਰਨ ਸੀ, ਕੋਈ ਚੰਗੀ ਕੁਰਸੀ ਮਿਲ ਗਈ, ਕੋਈ ਚੰਗੀ ਪਦਵੀ ਮਿਲ ਗਈ, ਹੁਣ ਕਿਸੇ ਨੂੰ ਜਿਹੜਾ ਉਹ ਟੇਚ ਸਮਝਦਾ, ਕਹਿੰਦਾ ਤੈਨੂੰ ਕੀ ਮੈਂ ਜਾਣਦਾ, ਭਾਵ ਉਹ ਆਪਣੀ ਔਕਾਤ ਭੁੱਲ ਬੈਠਾ ਹੋਇਆ। ਸੁੱਖ ਜਦੋਂ ਆਉਂਦਾ ਹੈ ਨਾ, ਮਨੁੱਖ ਆਪਾ ਗਵਾ ਦਿੰਦਾ ਹੈ ਸੁੱਖ ਦੇ ਵਿੱਚ। ਜਦੋਂ ਦੁੱਖ ਆਉਂਦਾ ਫਿਰ ਮਨੁੱਖ ਨੂੰ ਚੇਤੇ ਆਉਂਦੇ ਨੇ ਕਿ ਮੈਂ ਆਹ ਸਮੇਂ ਹਟਾਏ ਨੇ ਤੇ ਕੋਈ ਗੱਲ ਨਹੀਂ, ਆ ਵੀ ਸਮਾਂ ਮੇਰੇ ਕੋਲੋਂ ਹਟਿਆ ਜਾਵੇਗਾ, ਇਹ ਵੀ ਨਿਕਲ ਜਾਵੇਗਾ। ਤੇ ਅੰਮ੍ਰਿਤ ਬਾਣੀ ਨੇ ਇੱਕ ਬੜਾ ਵਧੀਆ ਫੈਸਲਾ ਦਿੱਤਾ ਹੈ ਜੀ। ਸਤਿਗੁਰੂ ਕਹਿੰਦੇ ਦੁੱਖ ਬਹੁਤ ਚੰਗੇ ਨੇ। ਮੇਰੀ ਗੱਲ ਆਪ ਨੂੰ ਅਜੀਬ ਲੱਗੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਜਿਹੜਾ ਦੁੱਖ ਹੈ ਨਾ ਉਹ ਬੜਾ ਚੰਗਾ ਹੈ। ਹੁਣ ਆਪਾਂ ਝੋਨੇ ਵੱਢਣ ਦੇ ਨਾ, ਹੁਣ ਤੇ ਕੰਮ ਬੜਾ ਸੌਖਾ ਹੈ।
ਝੋਨਾ ਵੱਢ ਕੇ ਤੁਸੀਂ ਸੈਲਰ ਤੇ ਲੈ ਜਾਣਾ ਹੈ, ਉੱਥੇ ਸੈਲਰ ਤੋਂ ਤੁਹਾਨੂੰ ਚੌਲ ਵੱਖਰੇ ਮਿਲ ਜਾਣੇ ਨੇ ਤੇ ਕਣੀਆਂ ਵੱਖਰੀਆਂ ਕਰਕੇ ਉਹਨਾਂ ਨੇ ਦੇ ਦੇਣੀਆਂ ਨੇ। ਅੱਜ ਤੋਂ 10 ਕੁ ਸਾਲ ਪਹਿਲਾਂ ਜਦੋਂ ਸੈਲਰ ਨਹੀਂ ਸੀ ਕੋਈ ਜ਼ਿਆਦਾ ਹੁੰਦੇ, ਉਦੋਂ ਝੋਨਾ ਛੱਡਣ ਵਾਲੀ ਇੱਕੋ ਮਸ਼ੀਨ ਹੁੰਦੀ ਸੀ। ਉਸੇ ਮਸ਼ੀਨ ਨੇ ਉਸੇ ਰਾਹ ਦੇ ਵਿੱਚੋਂ ਹੀ ਚੌਲ ਆਉਂਦੇ ਨੇ, ਉਸੇ ਰਾਹ ਦੇ ਵਿੱਚੋਂ ਕਣੀਆਂ ਤੇ ਉਹਦੇ ਰਾਹ ਦੇ ਵਿੱਚੋਂ ਟੋਟਾ ਆਉਂਦਾ ਹੈ, ਛੋਟੇ ਜਿਹੜੇ ਜਿਹਨੂੰ ਅੱਧਾ ਪੀਸਦੇ ਨੇ। ਤੇ ਮਾਈਆਂ ਨੇ ਕੀ ਕਰਨਾ, ਲਿਆ ਕੇ ਚੌਲਾਂ ਨੂੰ ਛਾਨਣੀ ਮਾਰ ਦੇਣੀ, ਜਿਹੜੀ ਕਣੀ ਹੋਣੀ ਉਹ ਥੱਲੇ ਡਿੱਗ ਪੈਣੀ, ਜਿਹੜੇ ਪੂਰੇ ਸਬੂਤੇ ਚੌਲ ਹੋਣੇ ਉਹ ਛਾਨਣੀ ਦੇ ਵਿੱਚ ਰਹਿ ਜਾਣੇ, ਚੌਲਾਂ ਨੂੰ ਵੱਖਰਾ ਕਰ ਲੈਣਾ, ਕਣੀਆਂ ਨੂੰ ਵੱਖ ਕਰ ਲੈਣਾ। ਇੱਕ ਛਾਨਣੀ ਤਾਂ ਮਾਰੀ ਜਾਂਦੀ ਸੀ ਕਿ ਚੰਗੇ ਅੱਧੇ ਬਿੱਲਿਆਂ ਦਾ ਤੇ ਪੂਰਿਆਂ ਦਾ ਪਤਾ ਲੱਗ ਜਾਵੇ। ਮਨੁੱਖ ਨੂੰ ਰੱਬ ਦੁੱਖ ਦੀ ਛਾਨਣੀ ਇਸੇ ਕਰਕੇ ਲਾਉਂਦਾ ਹੈ, ਜਦੋਂ ਦੁੱਖ ਆਉਂਦਾ ਹੈ ਤੇ ਤੈਨੂੰ ਪਤਾ ਲੱਗ ਜਾਵੇ ਕਿ ਕੌਣ ਮੇਰਾ ਆਪਣਾ ਹੈ ਤੇ ਕੌਣ ਬਗਾਨਾ ਹੈ। ਇਹ ਜਿਹੜਾ ਦੁੱਖ ਹੈ ਨਾ, ਜਿਵੇਂ ਚੌਲਾਂ ਨੂੰ ਛਾਨਣੀ ਮਾਰੀਏ ਨਾ, ਉਹਦੇ ਵਿੱਚੋਂ ਕਣੀਆਂ ਵੱਖ ਹੋ ਜਾਂਦੀਆਂ ਨੇ, ਅੱਧੇ ਟੋਟੇ ਜਿਹੜੇ ਉਹ ਵੱਖ ਹੋ ਜਾਂਦੇ ਨੇ, ਚੌਲ ਵੱਖ ਹੋ ਜਾਂਦੇ ਨੇ। ਜਦੋਂ ਦੁੱਖ ਆਉਂਦਾ ਹੈ, ਯਾਦ ਰੱਖਿਓ, ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਆਹ ਮੇਰਾ ਆਪਣਾ ਹੈ ਤੇ ਆਹ ਮੇਰਾ ਬਗਾਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਜਦੋਂ ਦੁੱਖ ਆਇਆ, ਲੋਕ ਕਹਿੰਦੇ ਨੇ ਮੁਸੀਬਤ ਆਈ ਹੈ, ਮੇਰਾ ਬਾਬਾ ਨਾਨਕ ਕਹਿੰਦਾ ਦੁੱਖ ਮੇਰੇ ਵਾਸਤੇ ਦਵਾਈ ਬਣ ਕੇ ਆ ਗਈ। ਪਤਾ ਲੱਗ ਗਿਆ ਨਾ, ਅੱਗੇ ਇਹਨੂੰ ਇੱਕ ਰੋਗ ਸੀ ਹਉਮੈ ਦਾ। ਅੱਗੇ ਲੋਕਾਂ ਦੇ ਵਿੱਚ ਤੁਰਦਾ ਸੀ, 4 ਟਕੇ ਸਨ ਤੇ ਲੋਕ ਇਹੋ ਜਾਪਦਾ ਸੀ ਆ ਵੀ ਮੇਰਾ ਹੈ, ਆ ਵੀ ਮੇਰਾ ਹੈ, ਆ ਵੀ ਮੇਰਾ ਆਪਣਾ ਹੈ। ਤੇ ਕੋਈ ਰੋਗ ਨੂੰ ਖਤਮ ਕਰਨਾ ਹੈ, ਉਹਨੂੰ ਦਵਾਈ ਤੇ ਚਾਹੀਦੀ ਹੈ। ਜਿੱਦਾਂ ਦਾ ਰੋਗ ਹੈ ਉਹਦੀ ਦਵਾਈ ਬਿਲਕੁਲ ਵਿਪਰੀਤ ਹੁੰਦੀ ਹੈ। ਗਰਮੀਆਂ ਦੇ ਵਿੱਚ ਸਾਨੂੰ ਪਿੱਤ ਨਿਕਲਦੀ ਹੈ, ਮੈਂ ਬਿਲਕੁਲ ਦੇਸੀ ਉਦਾਹਰਨ, ਜਦੋਂ ਪਿੱਤ ਨਿਕਲਦੀ ਹੈ ਤੇ ਪਿੱਤ ਨੂੰ ਭਾਗਣ ਵਾਸਤੇ ਸਭ ਤੋਂ ਸੌਖਾ ਤਰੀਕਾ ਹੁੰਦਾ ਜੀ, ਪਿੰਡਾਂ ਦੇ ਵਿੱਚ ਨਿੰਮ ਘੋਲ ਕੇ ਪੀਤੀ ਜਾਂਦੀ ਹੈ। ਨਿੰਮ ਕੌੜੀ ਹੈ, ਪਿੱਤ ਜਿਹੜੀ ਹੈ ਕਈ ਵਾਰੀ ਬੈਠੇ ਤੋਂ ਜਾਂ ਕਈ ਵਾਰੀ ਗਰਮੀ ਤੋਂ ਸਾੜ ਤੋਂ ਨਿਕਲ ਆਉਂਦੀ ਹੈ। ਹੁਣ ਹੰਕਾਰ ਸੀ ਕਿ ਮੇਰਾ ਆ ਵੀ ਹੈ, ਪੈਸੇ ਦਾ ਹੰਕਾਰ ਸੀ, ਪੈਸੇ ਨਾਲ ਜਾਪਦਾ ਸੀ ਭੈਣ ਵੀ ਮੇਰੀ ਹੈ, ਭਰਾ ਵੀ ਮੇਰਾ, ਰਿਸ਼ਤੇਦਾਰ ਵੀ ਮੇਰੇ ਨੇ, ਚਾਚੇ ਤਾਏ ਵੀ ਮੇਰੇ ਨੇ, ਸਾਰੇ ਮੇਰੇ ਨੇ। ਮੁਸੀਬਤ ਆਣ ਪਈ, ਪਤਾ ਲੱਗ ਗਿਆ ਨਾ ਕੋਈ ਭਰਾ ਖਲੋਤਾ, ਨਾ ਕੋਈ ਭੈਣ ਖਲੋਤੀ, ਨਾ ਕੋਈ ਰਿਸ਼ਤੇਦਾਰ ਖਲੋਤਾ, ਕੇਵਲ ਤੇ ਕੇਵਲ ਇਕੱਲਾ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਦੁੱਖ ਆਇਆ ਮੈਨੂੰ ਇਹ ਦਵਾਈ ਬਣ ਕੇ ਇਹਨੇ ਦੱਸ ਦਿੱਤਾ ਤੇਰਾ ਆਪਣਾ ਕੌਣ ਤੇ ਪਰਾਇਆ ਕੌਣ ਹੈ। ਉਹ ਅਸੀਂ ਬਚਨ ਪੜ੍ਹਦੇ ਹਾਂ ਜੀ, ਦੁੱਖ ਦਾਰੂ ਸੁੱਖ ਰੋਗ ਪੈ, ਉਹ ਬਚਨ ਪੜ੍ਹਦੇ। ਤੁਹਾਨੂੰ ਸੁੱਖਾਂ ਦੇ ਵਿੱਚ ਪਤਾ ਨਹੀਂ ਲੱਗੇਗਾ ਕੌਣ ਮੇਰਾ ਆਪਣਾ ਹੈ, ਕੌਣ ਮੇਰਾ ਬਗਾਨਾ ਹੈ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਅੱਜ ਤੋਂ ਕੁਝ ਮਹੀਨੇ ਪਹਿਲਾਂ ਅੰਬਾਂ ਦੀ ਬਹਾਰ ਖਤਮ ਹੋਈ ਹੈ। ਅਕਸਰ ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ ਨਾ, ਪਏ ਹੋਏ ਬੂਰਾਂ ਨੂੰ ਵੇਖ ਕੇ, ਲੱਗੀਆਂ ਹੋਈਆਂ ਅੰਬੀਆਂ ਨੂੰ ਵੇਖ ਕੇ ਉਹਨਾਂ ਉੱਤੇ ਆਣ ਕੇ ਕੋਇਲ ਬੈਠ ਜਾਂਦੀ ਹੈ। ਉਹ ਆਪਣੇ ਕੰਠ ਤੋਂ, ਆਪਣੇ ਗਲੇ ਤੋਂ ਮਿੱਠੇ ਮਿੱਠੇ ਗੀਤ ਗਾਉਂਦੀ ਹੈ। ਪਰ ਜਿਸ ਵੇਲੇ ਅੰਬਾਂ ਦੀ ਬਹਾਰ ਨਿਕਲ ਜਾਂਦੀ ਹੈ, ਅੱਜ ਅੰਬ ਝੜ ਚੁੱਕੇ ਹੋਏ ਨੇ, ਫਲ ਖਤਮ ਹੋ ਗਿਆ ਅੰਬ ਦਾ, ਪਰ ਅੱਜ ਤੁਸੀਂ ਕੋਇਲ ਨੂੰ ਪੁੱਛੋ ਜਾ ਕੇ ਕਿ ਬੀਬਾ ਅੱਜ ਅੰਬ ਦੇ ਰੁੱਖ ਦੇ ਕੋਲ ਜਿਹੜਾ ਹੈ, ਇਹਦੇ ਕੋਲ ਅੰਬੀਆਂ ਨਹੀਂ ਰਹੀਆਂ, ਇਹਦੇ ਕੋਲ ਅੰਬ ਨਹੀਂ ਰਹੇ, ਤੇ ਤੇਰੇ ਗੀਤਾਂ ਨੂੰ ਕੀ ਹੋ ਗਿਆ, ਤੇਰੇ ਗੀਤ ਕਿੱਥੇ ਚਲੇ ਗਏ। ਕੋਇਲ ਵੀ ਉਦੋਂ ਗੀਤ ਗਾਉਂਦੀ ਜੇ ਜਦੋਂ ਅੰਬ ਲੱਗੇ ਹੁੰਦੇ ਨੇ, ਉਹਨਾਂ ਕੋਇਲ ਵੀ ਨਹੀਂ ਹੁੰਦੀ। ਬਸੰਤ ਦੀ ਰੁੱਤ ਆਵੇ ਤੇ ਫੁੱਲ ਜਿਹੜੇ ਨੇ ਉਹ ਖਿੜਦੇ ਨੇ, ਖਿੜੇ ਹੋਏ ਫੁੱਲਾਂ ਦੇ ਉੱਤੇ ਭਵਰੇ ਆਣ ਕੇ ਪਰਿਕਰਮਾ ਕਰਦੇ ਨੇ, ਭਵਰੇ ਆਣ ਕੇ ਰਸ ਚੂਸਦੇ ਨੇ। ਜਦੋਂ ਫੁੱਲ ਪੱਤਝੜ ਦੇ ਵਿੱਚ ਜਾਂਦੇ ਨੇ, ਫੁੱਲ ਝੜ ਜਾਂਦੇ ਨੇ, ਉਦੋਂ ਭਵਰੇ ਵੀ ਮੂੰਹ ਮੋੜ ਲੈਂਦੇ ਨੇ। ਉਹਨਾਂ ਭਵਰਿਆਂ ਨੂੰ ਪੁੱਛੋ ਕਿ ਅੱਜ ਕੀ ਹੋ ਗਿਆ, ਟਾਹਣੀਆਂ ਉਹੀਓ ਨੇ, ਪੱਤੇ ਉਹੀਓ ਨੇ, ਕੀ ਹੋ ਗਿਆ ਪੱਤੇ ਨੂੰ ਮਿਲਾ ਕੇ ਤੁਸੀਂ ਦੂਰ ਕਿਉਂ ਚਲੇ ਗਏ। ਯਾਦ ਰੱਖਿਓ, ਅੰਬਾਂ ਨੂੰ ਬੂਰ ਲੱਗਾ ਹੋਵੇ, ਕੋਇਲ ਮਿੱਠੇ ਗੀਤ ਬੋਲਦੀ ਹੈ, ਫੁੱਲਾਂ ਨੂੰ ਜਿਹੜਾ ਹੈ ਉਹ ਮਹਿਕ ਉਹਦੇ ਵਿੱਚ ਹੋਵੇ, ਬਸੰਤ ਹੋਵੇ, ਤੇ ਯਾਦ ਰੱਖਿਓ ਉੱਥੇ ਭਵਰੇ ਆਉਂਦੇ ਨੇ। ਜਦੋਂ ਹੀ ਪੱਤਝੜ ਆਉਂਦੀ ਹੈ, ਕੋਇਲ ਅੰਬਾਂ ਕੋਲ ਨਹੀਂ ਮਿਲੇਗੀ, ਭਵਰੇ ਫੁੱਲਾਂ ਕੋਲ ਨਹੀਂ ਮਿਲਣਗੇ। ਜਿਹੜੇ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਸਾਹਮਣੇ ਜੀ ਹਜ਼ੂਰੀ ਕਰਦੇ ਨੇ, ਇਹ 4 ਟਕਿਆਂ ਕਰਕੇ ਨੇ। ਜਿਸ ਦਿਨ 4 ਟਕੇ ਕਿਤੇ ਇੱਧਰ ਉੱਧਰ ਹੋ ਗਏ, ਉਦੋਂ ਪਤਾ ਲੱਗ ਜਾਏਗਾ ਮੇਰਾ ਆਪਣਾ ਕੌਣ ਤੇ ਮੇਰਾ ਬਗਾਨਾ ਕੌਣ। ਉਸ ਦਿਨ ਕੋਈ ਆਣ ਕੇ ਟੁਕਦਾ। ਇੱਕ ਗੁਰੂ ਗ੍ਰੰਥ ਸਾਹਿਬ ਦਾ ਬਚਨ ਤੁਹਾਡੇ ਨਾਲ ਸਾਂਝਾ ਕਰ ਦੇਣਾ, ਕਹਿੰਦੇ ਜਾਗ ਪਾਓ ਮੁਸ਼ਕਲ ਆਤ ਬਣਾਏ। ਮੁਸੀਬਤ ਆ ਗਈ, ਕੋਈ ਕੁਦਰਤ ਦਾ ਪਤਾ ਥੋੜੀ ਕਿਹੜੇ ਵੇਲੇ ਕਿਹੜੀ ਮੁਸੀਬਤ ਬੰਦੇ ਤੇ ਆ ਜਾਣੀ। ਤੁਰਿਆ ਜਾਂਦੇ ਇੱਕਦਮ
शरीर डेड हो गया, बिल्कुल बंद हो गया, हार्ट अटैक आ गया, जो कि हॉस्पिटल लगे जितनी इनकम सी सारी की सारी उत्ते लग गई। जां तो मुश्किल अंत बने जो मुसीबत आती है उदों कोई नहीं रखता, ढोई कोई ना दे। फिर की होता है, लागू होए दुश्मना साथ पे भज खले। जेडे दुश्मन सन वो भी कहते हैं हुण मौका ही इहदे कोलों अपनी गल दा, अपनी जिहड़ी ईन दा बदला लैण दा। ते जिन्ना साकां दे उत्ते आस हुंदी है ना, मेरा अपना आ होएगा, आ मेरा अपना होएगा, सतगुरु कहते वो भी भज खलोंदे हैं, वो भी कोल नहीं उस वेले फिर आउंदे। जाको मुश्किल अत भले ढोई कोई ना दे, लागू होए दुश्मना साक पे भज खले। सबो भजे आसरा चुकै सब असराओ। जद तक सारे आसरे मुक जाते हैं। ये दुख है ही एक इहो जी चीज, जदों दुख आउंदा है सन अपने ते बगानियां दा पता लग जाता है। मैं तो ये गल कहना कि परमात्मा एक बार सन जरूर इहो जिहा समा लैके नहीं जिहदे विच अपने ते बगानियां दी परख हो सके। जिन्ना चिर अपने बगानियां दी परख नहीं ना हुंदी, उन्ना चिर बंदे दे थल्ले अड्डी नहीं लगदी, पैर नहीं दूजे लगदे। पर गुरु अर्जुन साहब कहते जिस दिन सारे साथ छड्ड गया, मुसीबत आ गई, सारे साथ छड्ड के तेरा तू सारे साथ छड्डन तो बाद भी पुੱਤ मेरे को आ गई, मैं गारंटी चुक के कहना है सारे तेरे खिलाफ हो जाएंगे। जिस दिन मैं खलो जावांगा उसे तेनों तपती वाह भी नहीं लगन देना। यदि अगली पंक्ति है जी, जाको मुश्किल अत बने ढोई कोई ना दे, लागू होए दुश्मना साथ पे भज खले। सबो भजे आसरा चुकै सब असराओ, चित आवे उस पार ब्रह्म ता लग्या ना तत्ती वाओ। जिस दिन सारे साथ छड्ड गए ना, उस दिन तू मेरे को आ जी, उस दिन आए हुए जी तेरी इज्जत पात मैं रख लवांगा। याद रखी जो मेरे को आ गए कोई तेनों तत्ती वाह भी नहीं लगन देवे। सो ये गल अज गुरु अर्जुन साहब महाराज जी इत्थे समझा रहे ने, कहन लगे संगत दे विच उस सदीवी सुख प्राप्त हुंदा है जिहड़ा दुनियावी तौर ते सानू नहीं मिलदा। दुनियावी सुख उन्ना चिर ने जिन्ना चिर साडे अपने ने, जदों अपने साथ जट जाते ने सुख जिहड़े दुखां च तब्दील हो जाते ने। गुरु घर दे विच एक आत्मक आनंद इहो जिहा है, याद रखियो ये आत्मक आनंद जिहड़ा है विआह वेले भी बनिया रहिंदा है, ते ये आत्मक आनंद जिहड़ा मौत वेले भी बनिया रहिंदा। ये तुहाडे जदों कोई अपने हक दे विच उदों भी आत्मक अवस्था खिड़ी रहेगी, जिस वेले सारे खिलाफ होगे उस दिन भी आत्मक अवस्था खिड़ी रहेगी। इहो कारण है साडा इतिहास भरिया पिया शहीदां दा, पर एक भी तुहानू इहो जे शहीद दा नाम नहीं मिलेगा कि ओदे सीस दे उत्ते आरा चलदा होवे, सीस दे उपर लंबी चलदी होवे कोपर लाउण वास्ते, सीस दे उत्ते किरपानां दा तेगा दा बार हुंदा होवे ते गुरु दे सिख दे किसे अख दे विच अथरू भी आया होवे। ये साडा इतिहास है। मीर मनु दियां जेलां दा इतिहास बोलदा है। मावां दे गलां दे विच बच्चियां दे टुकड़े हार बना के पाए गए। जेड़े मर्जी इतिहासकार चुक के पढ़ लियो, किसी इतिहासकार ने ये नहीं लिखा कि उस मां दी भुब्बां निकलियां होंदियां, उस मां दी अख दे विच अथरू भी आए होंदे। क्योंकि ओदे कोल की सी, ओदे कोल ओ गुरु नानक दे घर दा सुख सी जिन्नू जरमाने किसी भी तरीके दे नाल दूर ना कर सके। अज गुरु अर्जुन साहब बस उसे सुख की गल करते हैं। जिस दिन तुहानू सदीवी सुख प्राप्त हो गया ना, याद रखियो दुनियावी तौर पर कोई तुहाडी अखर दे विच अथरू नहीं लिया सकता। मैं एको बेनती करके विचार वाल आवा, साडी अपनी जिंदगी है, थोड़ा जिहा स्टैंड जरूर रखिया करो, तुहाडी जिंदगी किसी के अधीन ना कदे भी होवे। कठपुतलियां होंदियां सच तो कुछ समा पहला, मैं अज बाद नवी उदाहरण दे दांगा। वो कठपुतलियां दे मगर ना रस्सियां बजियां होंदियां सन ते जेड़ा उन्हां नूं नचाउंदा सी वो रस्सियां नूं बदली जाण इउं जापदा सी वो लकड़ां बजियां होईयां ਜਿਹੜੀਆਂ ने कठपुतलियां नचदियां ने, पर वो नचाउण वाला मगर कोई रोज की कठपुतली नचदी सी। अज रिमोट कंट्रोल है, रिमोट दे नाल चीज़ां कंट्रोल कीतियां। असीं भी ते रिमोट कंट्रोल ही है। कोई सानू आण के थोड़ी जी समाइल दिंदा है, साडे कोल समाइल आ जाती है। कोई साडी जिंदगी च रोना पा दिंदा है, साडीआं रातां दी रातां होंदियां निकल जांदियां। ये गल जरूर सोचा करो कि मेरी जिंदगी है, किसी का कोई हक नहीं बनता कोई मैनूं रवावे या खुश करे। उहदे वास्ते तुहानू अपने मन नूं इन्ना मजबूत करना पवेगा। दुनिया पलट जावे, तुहाडा मन जे तुहाडे कंट्रोल दे विच है, कोई माई दा लाल तुहाडी अख दे विच अथरू नहीं लिया सकदा। ये होना किदा जी गुरु दी बाणी दे नाल होना। इहनूं पत्थर दे ना समझना, पत्थर चीज़ होर हुंदी है, वो किते आपां फिर साझा करांगे।
पर अंदर इन्ना कि ज्यादा टिक जाना ये गुरु की रहमत होती है। मैं गल नूं विचार नूं नेड़े रखा। गुरु अर्जुन साहब कहते जे आ सुख चाहिदा है ना तैनूं ते याद रखी वो सुख तेरे गुरु के कोलों आण के मिलना है। मैंने इतिहास नहीं गा नंदन देना, एक होर उदाहरण दे देना। बाबा बंदा सिंह बहादुर, याद रखियो, राज घराणे तो सी, आखिर बैरागी बन गया। बैरागी तो बाद गुरु कलगीधर पातशाह महाराज जी की संगत मिली ते फिर सिख बन गया। अमृतसर क्योंकि सिंह सज गया, सिख कौम का पहला बादशाह बनया ते बाबा बंदा सिंह बहादुर बने। अज ओनू गुरदास नगर की गली तो गिरफ्तार किया गया। जिस वे शहीद कर लगे ना ते याद रखियो बाबा बंदा सिंह बहादुर दी अखां दे विच गर्म सरिये मार के ओदी अखां कढ दित्तियां गईयां सन। जमूर वेखिया होना तुसीं, एक प्लास हुंदा है, एक सन्नी हुंदी है, एक जमूर हुंदा है। जमूर गर्म करके ना लाल करके ओदे नाल मांस नोचिया गया सी बाबा बंदा सिंह बहादुर। जिहड़ी मैं गल अगली कहनी चाहुंदा, 4 साल का पुत्र सी भाई उदय सिंह बाबा बंदा सिंह बहादुर दा। ओदी गोद च पाया, गोद च पा के जरवाणियां ने खंजर दिता, कहने लगे बंदा सिया तेरी जान बख्शी कर दी जाएगी, आ खंजर फड़ दे अपने पुत्र दा कलेजा कट दे। बाबा बंदा सिंह ने बहादुर ने कहा, कहने लगा मैं उस गुरु दा सिख हां, कोई असी ते बगानियां दे बच्चियां दे उत्ते कदी हत्थ नहीं चुकदे, ये मेरा अपना खून है, तू कितना सोचदा है कि मैं अपनी जान बचाने वास्ते अपने पुत्र को मार देवां। इतिहास कहता है जरवाणियां ने बाबा बंदा सिंह, इहनूं सुनना सौखा है जी, तुसीं सुन जाओगे मैं बोल जावांगा, पर वो जरूर महसूस करियो बाबा बंदा सिंह बहादुर के सामने अजे खेड़दा सी बच्चा, वो खेड़दे होए बच्चे नूं प्यो दी गोदी दे विचों कढिया, सीने दे विच खंजर मारिया, सीना पाड़ के ओदा दिल कट के बाबा बंदा सिंह बहादुर दे मुंह दे विच पाउं दित्ता सी। जिस वेले बाबा बंदा सिंह बहादुर दे मुंह दे विच दिल तुन्निया, कह लगे की महसूस हुंदा है, ये ओ गुरु घर दा सुख सी, आनंद सी, जेड़ा कदी बादशाही करदियां भी सी अख खुशी दे विच उलझिया नहीं। आज के बच्चे दा दिल मुंह दे विच पिया है, कह लगा मैं लाड़ी मौत व्याह चलिया हां। ਜਦੋਂ कोई लाड़ी कोई व्याह किसे नूं जांदा है, ओदा मुंह झुठलाया जांदा है मिੱਠੇ दे नाल, कह लगे मैं लाड़ी मौत व्याह चलिया, तू बर्फी दी जगह मेरे पुੱਤਰ दा कलेजा मेरे मुंह दे विच पा दे। तां आ साडा इतिहास है। इतिहास जिहदा मर्जी पढ़ लो, बाबा बंदा सिंह बहादुर दी अख दे विच एक भी हंझू नहीं सी। आ सुख तेन गुरु दे कोलों मिला। जरवाणे थक गए कोशिशां कर करके, किन्नियां दा मैं नाम लवां तुहाडे सामने। जरवाणे थक गए कि एक सिख कौम कदे ते निराश होके कदे ते इहदी अख दे विच हंझू आवे, पर माण वाली गल जे सिखां दे विच अखां दे विच कदी हंझू नहीं सी आउंदा। सानू वढदे आया जालम दे रोह जांदे सन, सानू टोकदे आया जलाल दा रोह पैंदे सन, पर शहीद हुंदे असीं कदी नहीं सी होए। ये साडा इतिहास बोलदा है। आज गुरु अर्जुन साहब कहते पुੱਤ आ सुख चाहिए ना, मेरे को आ संगत दे विच बैठ, नाम दी इन्नी क ताकत है, नाम दी इन्नी क करामात, वो सुख तैनूं दे देंगा। तुसीं तां निक्कियां निक्कियां गल्लां तो रोंदे फिरदे, 4 पैसे आ गए खुश हो गए, 4 पैसे आ गए तो चले गए ते रोन लग गए, दिन चढ़िया खुश हो गए, जिंदगी च कोई काली बोरी रात आ गई तां रोन लग गए। पर इत्थे तां सीना चीर दिता जाता सी, सिख तां भी हसदा सी, वो आत्मक सुख सी। गुरु अर्जुन साहब कहते वो आत्मक सुख साध संगत दे विच बैठ के नाम जपण दे नाल मिलना है। आप बैठ के नाम जप के वो सुख दी गारंटी तेरी मैं चुकूं। सो ये अज दे पावन शब्द दा अंतरीन भाव है। आरंभ दे विच सतगुरु बख्शिश करदे ने गूंजदी महला बनवा, गूंजदी राग दा ये अमृत वचन है। कह लगे नाम निधान जिन जन जपियो, निधान दा अर्थ है खजाना। कहते ये नाम दा खजाना जिन्ना गुरमुखां ने जपना कीता, जिन्ना ने ओनू सिमरना कीता, तिनके बंधन काटे। बंधन का अर्थ है जकड़, कहते माया दे जेड़े वो जकड़ वजे हुए सन, बंधन पए हुए सन ना, परमेश्वर के नाम ने उन्हां दे माया दे बंधन, मोह दे ममता दे बंधन कट के दूर सुट दिते। अगे कह लगे काम क्रोध माया विक ममता, ਇਹ ਵਿਆਦ ਤੇ ਹਾਡੇ ਕਾਮ क्रोध माया विक ਦਾ अर्थ है ਜ਼ਹਿਰ, ममता ਦਾ अर्थ ਦਾ ममता प्यार, ਜਿਹੜਾ ਬੱਚਿਆਂ ਨਾਲ ਪਿਆਰ ਘਰ ਨਾਲ ਪਿਆਰ ਕਰਨ ਉਹਨੂੰ ਮਮਤਾ ਕਹਿ ਲੈਂਦਾ। ਕਹਿ ਲਗੇ ਜਦੋਂ ਇਹ ਵਿਆਦ ਤੇ ਹਾਡੇ ਵਿਆਦ ਦਾ अर्थ है रोग। ਇਹ ਸਭ ਰੋਗ ਚੰਬੜੇ ਹੋਏ ਨੇ ਨਾ, ਕਦੀ ਕਾਮ ਨਹੀਂ ਟਿਕਣ ਦਿੰਦਾ, ਕਦੀ ਕ੍ਰੋਧ ਨਹੀਂ ਟਿਕਣ ਦਿੰਦਾ, ਕਦੀ ਮਮਤਾ।
सतगुरु कहते आ जिन्ने जहर वर्गे रोग ने ना, ये जो तू परमेश्वर का नाम जपेगा ये सारे के सारे रोग तेरे को दूर हो जाएंगे। तू क्योंकि अमृत बाणी का प्रमाण मेरा वैद गुरु गोबिंदा हर हर नाम औखद मुख देवै काटे जम की बंदा। जो गुरु नाम की दवाई देता है ना, आ काम क्रोध माया के जेडे बंधन ने, ये जेडे रोग ने, गुरु अर्जुन साहब कहते सारे के सारे हट जाते हैं। हर जस साध संग मिल गायो कहते भलिया आ गुरु की संगत दे विच बैठ के ओदा जस करया कर, परमेश्वर का नाम जपया कर, ओदी वडियाई करया कर। गुर प्रसाद भयो मन निर्मल, जो वडियाई करदिया तेरे ते तेरे गुरु की कृपा होगी, परमात्मा गुरु प्रसन्न हो गया, कहने तेरा मन पवित्र हो जाएगा। मन पवित्र हो गया, अगे कहने सर्व सुखा सुख पायो, सारे सुखा का सुख भाव आत्मक सुख जिहड़ा है, आत्मक आनंद तेरे गुरु के घर दे विचों मिलेगा। एक उदाहरण दे देना, गुरु अमरदास महाराज जी लगातार 20 यात्रा करते हैं, 10 साल वो गंगा स्नान जाते हैं, साल 2 बार 20 बनती है, आत्मक सुख नहीं मिले। गुरु अंगद देव महाराज जी के चरणों च आए, इत्थे आन के 12 साल सेवा की। सेवा दे विचों जिहड़ा उन्हां नूं सुख प्राप्त मिलिया होया, वो उन्होंने साडी झोली दे विच पा दित्ता। असीं रोज गुरु अमरदास जी का वचन पढ़दे हां, आनंद भया मेरी माए कादे तो सतगुरु मैं पाया। जो मैं गुरु मिल गया, गुरु ने मैं आत्मक आनंद दे दिता, आ आनंद मेरे को कभी गवाचना नहीं। सो सतगुरु कह लगे गुर प्रसाद भयो मन निर्मल सर्व सुखा सुख पायो। जेड़ा सुख किते बाहरों लभण ना जाना सा, वो सुखा का खजाना गुरु के चरणों के विचों मिल गया। रहाओ जो किश कियो सोई भल मानै, ऐसी भगत कमानी। भगत के तत्ते नूं सियारी जिहदा अर्थ करांगे भगती, इहदे जिहदे कोल आत्मक सुख आ गया वो बंदगी करदा है, ते बंदगी एहो जी करदा कि स्वाद आ जांदा बंदगी करदा। ऐसी भगत कमानी, एहो जी भगती कीती, की होया कहते हुण जो कोई परमात्मा करदा उहनूं सत करके मनन लग पिया, ओहदी बिरती भगती दे नाल इन्नी उच्ची हो जाती है। असीं ते जे कदे साडी फरियाद रब सुन लवे फिर ते डब्बे लैके आउंदे आ कि महाराज ने किरपा करती। जे किसी वेले फरियाद ना सुनी जावे, असीं जेहड़े ने रब नूं लामे देण लग पैंदे कि रब्बा तू मेरी सुनी कोई नहीं, मेरा तेरे कोल आउण दा फायदा की, तेरे कोल रहण दा फायदा की, तू ते मेरी फरियादां कोई नहीं सुनदा। इदां दी गल नहीं, जो परमात्मा कहंदा है ना, जो परमात्मा करदा है ओनू ओ जीव सत करके मान लैंदा है। कहंदे हर ये परमात्मा दी कृपा हुंदी है, जो किश कियो सोई भल माने। जो परमात्मा ने कीता ओनू सत करके मान गया, ऐसी भगत कमानी। आ भगती उन्हें कमाई। अगे कहले कि मित्र सतर सब एक समाने। शतर दा अर्थ करके शत्रु बैरी, समाने दा अर्थ बराबर। कहते ओदे वास्ते ना कोई बैरी है ते ना कोई दोस्त है, सारे ही बराबर हो गए। ये बड़ी औखी गल है, ये कहना सौखा है, ये है बहुत औखी गल। तुहाडी जे कोई वडियाई करदा, तुहाडी कोई सिफत करदा, वो तुहाडा मित्र है। जेड़ा बुराई करदा जां गल मूंह ते कह दिंदा, वो सानू जेड़ा वो बच्चा वांग चुभदा है, सानू ओदे नाल चंगी नहीं बनदी नहीं सकदी। पर अमृत बाणी कहती है जे तू सुख चाहना है ना, एक होर वचन मैं साझा कर देवां, कह लगे पर का बुरा ना राखो चीत तुमको दुख नहीं पाएगी। तू सोची दूसरे दा जाना कि ओदा बेड़ा गर्क होए, ओनू इदां आले ते तैनूं सुख किथों मिलना। वो जो भी तुसीं करदे जे वापस ते रिटर्न ते तुहानूं आएगा ही ना। जे एक कुदरत दा नियम है, तुसीं पुण्य कीता, पुण्य दी आस ला लई कि मैं पुण्य चंगा काम कीता, मैनूं इहदा फल मिलना है, ते जेड़ा तुसीं पाप करके आए जे ओदा फल किथों मिलना है। दो गल्लां ने, जां ते पुण्य दे फल दी आस ना रखो। जे पुण्य दे फल दी आस रखनी है, मैं पुण्य कीता ओदा फल मिलना है, ते पाप दा फल भी तुहानूं मिलेगा, ओदा फल भोगण वास्ते तुसीं तैयार हो। सतगुरु कह लगे ओदे वास्ते ओदी सुरती बिरती एक हो जाती है। मित्र सतर सब एक समाने, ओदे वास्ते बैरी, ओदे वास्ते मित्र दोवें बराबर हो जाते हैं। जोग जुगत नी सानी, जोग दा अर्थ हुंदा मिलाप, जुगत दा अर्थ हुंदा जी ढंग तरीका, निशानी दा अर्थ निशानी। कह लगे असल दे विच जेड़ा मनुख परमात्मा दे नाल जुड़ जाता है, इहो ढंग है परमात्मा नूं मिलण वास्ते कि किसी दा माड़ा ना सोची। जदों तेरे वास्ते दोस्त मित्र बैरी सारे बराबर हो जाण, तेरियां निशानियां ने पता लग जाएगा कि तेरी प्रीत परमात्मा दे नाल पैनी शुरू हो गई। पूरन पूर रहियो सब थाई, आन ना कतहूं जाता,
ਹੁਣ ਜਿਹੜਾ ਮਨੁੱਖ ਨਾਮ ਜਪਦਾ ਉਹਦੀ ਬਿਰਤੀ ਇੰਨੀ ਕੁ ਉੱਚੀ ਹੋ ਗਈ, ਉਹਨੂੰ ਪਤਾ ਲੱਗ ਗਿਆ ਪੂਰਨ ਪੂਰ ਰਹਿਓ ਸਭ ਥਾਈਂ। ਉਹ ਪ੍ਰਮਾਤਮਾ ਸਾਰਿਆਂ ਥਾਵਾਂ ਦੇ ਉੱਤੇ ਪਰਿਪੂਰਨ, ਹਰ ਥਾਂ ਦੇ ਉੱਤੇ ਸਰਵ ਵਿਆਪਕ। ਸਾਨੂੰ ਜਾਪਦਾ ਨਹੀਂ ਨਾ ਜੀ, ਸਾਨੂੰ ਰੱਬ ਗੁਰਦੁਆਰਿਆਂ ਚ ਲੱਭਦਾ ਹੈ। ਤਾਂ ਕਿ ਅਸੀਂ ਅਰਦਾਸਾਂ ਗੁਰਦੁਆਰੇ ਕਰਨਾ ਹੁੰਦੇ। ਮੈਨੂੰ ਮਾਫ ਕਰਿਓ ਮੇਰੀਆਂ ਗੱਲਾਂ ਕਈ ਵਾਰੀ ਚੁੱਭਦੀ ਹੁੰਦੀ। ਜਿੱਥੇ ਤੁਸੀਂ ਪਾਪ ਕਰਦੇ ਜੇ, ਠੱਗੀ ਮਾਰਦੇ ਜੇ, ਚੋਰੀ ਮਾਰਦੇ, ਤੁਹਾਨੂੰ ਉੱਥੇ ਰੱਬ ਨਜ਼ਰ ਨਹੀਂ ਆਉਂਦਾ। ਰੱਬ ਨਹੀਂ ਨਜ਼ਰ ਆਉਂਦਾ ਤਾਂ ਕਿ ਅਸੀਂ ਉੱਥੇ ਚੋਰੀ ਕਰਦੇ ਹਾਂ। ਬਹੁਤ ਸੌਖਾ ਕਰਦੇ ਵਾ, ਸਮਾਂ ਮਿਲ ਗਿਆ। ਆ ਸੀਸੀਟੀਵੀ ਕੈਮਰੇ ਲੱਗੇ ਨੇ, ਸੀਸੀਟੀਵੀ ਦੇ ਕੈਮਰੇ ਦੇ ਸਾਹਮਣੇ ਚੋਰੀ ਹੁੰਦੀ ਹੈ? ਨਹੀਂ ਹੁੰਦੀ। ਚੋਰੀ ਉੱਥੇ ਹੁੰਦੀ ਹੈ ਜਿੱਥੇ ਕੈਮਰਾ ਨਾ ਹੋਵੇ। ਤੁਸੀਂ ਪਾਪ ਉੱਥੇ ਕਰੋਗੇ ਜਿੱਥੇ ਤੁਹਾਨੂੰ ਲੱਗੇਗਾ ਇੱਥੇ ਪਰਮਾਤਮਾ ਨਹੀਂ। ਜੇ ਤੁਹਾਨੂੰ ਪਤਾ ਲੱਗਾ ਵੀ ਇੱਥੇ ਵੀ ਪਰਮਾਤਮਾ, ਤੁਸੀਂ ਪਾਪ ਕਿੱਥੋਂ ਕਰ ਲੋਗੇ? ਕੈਮਰੇ ਦੇ ਸਾਹਮਣੇ ਚੋਰੀ ਕਰਕੇ ਫਾਇਦਾ ਕੋਈ ਨਹੀਂ, ਮਰਨਾ ਕਿਸੇ ਨੇ। ਜਦੋਂ ਸੁਰਤ ਇਹੋ ਜਿਹੀ ਹੋਗੀ ਨਾ, ਹਰ ਥਾਂ ਦੇ ਉੱਤੇ ਪਰਮਾਤਮਾ ਹਾਜ਼ਰ ਨਾਜ਼ਰ ਹੈ। ਸਤਿਗੁਰ ਕਹਿੰਦੇ ਉਹ ਇਹੋ ਜਿਹੇ ਕੁਕਰਮ ਕਰਨੇ ਛੱਡ ਦਿੰਦਾ ਹੈ। ਉਹਦੀ ਬਿਰਤੀ ਬਣ ਗਈ ਜੀ ਪੂਰਨ ਪੂਰ ਰਹਿਓ ਸਰਬ ਥਾਈਂ। ਉਹਨੂੰ ਪਤਾ ਲੱਗ ਗਿਆ ਉਹ ਪਰਮਾਤਮਾ ਹਰ ਥਾਂ ਤੇ ਸਰਬ ਵਿਆਪਕ ਹੈ। ਆਣ ਦਾ ਕਤਹੂ ਜਾਤਾ, ਆਣ ਦਾ ਤੋਂ ਹੋਰ, ਉਹ ਪਰਮਾਤਮਾ ਤੋਂ ਸਿਵਾਏ ਕਿਸੇ ਹੋਰ ਨੂੰ ਨਹੀਂ ਸਮਝਦਾ ਵੀ ਇੱਥੇ ਸ਼ਾਇਦ ਆਹ ਰੱਬ ਹੈ ਤੇ ਦੂਜੇ ਪਾਸੇ ਕੋਈ ਹੋਰ ਬੈਠਾ ਹੋਏ। ਇਦਾਂ ਦਾ ਕੁਛ ਨਹੀਂ। ਉਹਨੂੰ ਲੱਗਦਾ ਹਰ ਥਾਂ ਦੇ ਉੱਤੇ ਪਰਮਾਤਮਾ ਹੀ ਬੈਠਾ ਹੋਇਆ ਹੈ। ਉਹ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਉੱਥੇ ਨਹੀਂ ਸਮਝਦਾ। ਘਟ ਘਟ ਅੰਤਰ ਸਰਬ ਨਿਰੰਤਰ। ਉਹ ਪਰਮਾਤਮਾ, ਘਟ ਦਾ ਅਰਥ ਹੈ ਹਿਰਦਾ, ਹਰੇਕ ਹਿਰਦੇ ਦੇ ਵਿੱਚ ਸਾਰੀਆਂ ਸਵਾਵਾਂ ਦੇ ਉੱਤੇ ਨਿਰੰਤਰ ਦਾ ਅਰਥ ਹੈ ਲਗਾਤਾਰ। ਇੱਕ ਰਸ ਵਿਆਪਕ ਹੈ। ਰੰਗ ਰਵਿਓ, ਰੰਗ ਦਾ ਅਰਥ ਹੈ ਪ੍ਰੇਮ। ਇਹਦੇ ਰਵਿਓ ਦਾ ਅਰਥ ਕਰਾਂਗੇ ਮੰਨਣਾ। ਇਹਦੇ ਮਨੁੱਖ ਜਿਹੜਾ ਨਾਮ ਜਪਦਾ ਫਿਰ ਪਰਮਾਤਮਾ ਦੇ ਪ੍ਰੇਮ ਨੂੰ, ਆਨੰਦ ਨੂੰ ਮਾਣਦਾ ਹੈ। ਰੰਗ ਰਾਤਾ ਕਿ ਉਹਦੇ ਪ੍ਰੇਮ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ। ਅਖੀਰ ਤੇ ਕਹਿ ਲਗੇ ਭਏ ਕਿਰਪਾਲ ਦਇਆਲ ਗੋਪਾਲਾ। ਇਹਦੇ ਜਦੋਂ ਇਹ ਬਿਰਤੀ ਬਣ ਗਈ ਨਾ, ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਫਿਰ ਉਦੋਂ ਪਰਮਾਤਮਾ ਕਿਰਪਾਲੂ, ਉਦੋਂ ਦਿਆਲੂ ਤੁਹਾਡੇ ਤੇ ਇੱਕ ਰਹਿਮਤ ਕਰਦਾ ਹੈ। ਉਹ ਤੁਹਾਡੇ ਤੇ ਦਇਆਮਾਨ ਹੋ ਜਾਂਦਾ। ਕੀ ਕਰਦਾ ਜੀ? ਭਏ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕਹਿ ਕਰ ਆਇਆ। ਨਿਰਭੈ ਦਾ ਅਰਥ ਹੈ ਡਰ ਤੋਂ ਰਹਿਤ, ਭਾਵ ਅਰਥ ਕਰਾਂਗੇ ਪਰਮਾਤਮਾ ਜਿਸ ਦਿਨ ਸੁਰਤ ਮਨੁੱਖ ਦੀ ਪਰਮਾਤਮਾ ਦੇ ਚਰਨਾਂ 'ਚ ਚਲੀ ਜਾਂਦੀ ਹੈ। ਸਤਿਗੁਰੂ ਕਹਿੰਦੇ ਉਹ ਮਨੁੱਖ ਫਿਰ ਪਰਮਾਤਮਾ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਸਦੀਵ ਵਾਸਤੇ ਲੀਨ ਹੋ ਜਾਂਦਾ ਹੈ। ਜਦੋਂ ਪਰਮਾਤਮਾ ਦੇ ਚਰਨਾਂ 'ਚ ਲੀਨ ਹੋ ਗਏ, ਜਿੱਥੋਂ ਗੱਲ ਸੁੱਖ ਦੁੱਖ ਤੋਂ ਚੱਲੀ ਸੀ, ਸਤਿਗੁਰਾਂ ਨੇ ਇੱਥੇ ਗੱਲ ਮੁਕਾਤੀ ਕਰਕੇ ਕਾਲ ਕਲੇਸ਼ ਮਿਟੇ ਖਿਰ ਪੀਤਰ। ਇੱਕ ਖਿਰ ਦੇ ਵਿੱਚ ਉਹਦੇ ਕਾਲ ਕਲੇਸ਼ ਖਤਮ ਹੋ ਗਏ। ਦੁੱਖ ਮੁਸੀਬਤਾਂ ਜਿਹੜੀਆਂ ਇੱਕ ਖਿਰ ਦੇ ਵਿੱਚ ਖਤਮ ਹੋ ਗਈਆਂ। ਹੁਣ ਕੀ ਹੋਇਆ? ਨਾਨਕ ਸਹਿਜ ਸਮਾਇਆ। ਕਹਿੰਦੇ ਉਹ ਹੁਣ ਸਹਿਜ ਦੇ ਵਿੱਚ, ਉਹ ਆਤਮਕ ਅਵਸਥਾ ਦੇ ਵਿੱਚ, ਉਹ ਆਨੰਦ ਦੇ ਵਿੱਚ ਟਿਕਿਆ ਰਹਿੰਦਾ ਹੈ। ਜਿਸ ਆਨੰਦ ਦੇ ਵਿੱਚ ਗੁਰੂ ਦਾ ਸਿੱਖ ਟਿਕ ਜਾਂਦਾ ਹੈ, ਯਾਦ ਰੱਖਿਓ ਨਾ ਉੱਥੇ ਦੁੱਖ ਆਉਂਦਾ ਹੈ, ਨਾ ਉੱਥੇ ਸੁੱਖ ਆਉਂਦਾ ਹੈ, ਨਾ ਕੋਈ ਚੰਗਾ ਆਉਂਦਾ ਹੈ, ਨਾ ਕੋਈ ਮਾੜਾ ਆਉਂਦਾ। ਆਨੰਦ ਕੇਵਲ ਤੇ ਕੇਵਲ ਆਨੰਦ ਹੁੰਦਾ ਹੈ। ਸੋ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਉਸ ਦੀ ਆਨੰਦ ਪ੍ਰਾਪਤ ਹੋ ਜਾਂਦਾ। ਸੋ ਇਸ ਪਾਵਨ ਸ਼ਬਦ ਦੀ ਵਿਚਾਰ ਸਮੁੱਚਾ ਤੱਤ ਭਾਵ ਇਹ ਹੈ। ਸਤਿਗੁਰੂ ਕਹਿ ਲਗੇ ਜਦੋਂ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ ਤੇ ਜਿਹੜਾ ਆਨੰਦ ਬਾਹਰੋਂ ਲੱਭਦੇ ਫਿਰਦੇ ਨੇ ਉਹ ਆਨੰਦ ਹਿਰਦੇ ਚੋਂ ਹੀ ਪ੍ਰਾਪਤ ਹੋ ਜਾਏਗਾ। ਜਿਹਨੂੰ ਬਾਣੀ ਕਹਿੰਦੀ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮਤਿ ਕਰ ਲੜਾਇਆ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਪੁਰਾਣਾ ਗਲਤੀ ਦੀ ਖਿਮਾ ਬਖਸ਼ਣੀ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਭਏ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ